ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਤਕ ਕਰਮ ਕਮਾਵਣੇ ਦੋਸ ਨ ਕਾਹੋ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਬੰਜੋਗ। ਖਿਨ ਮੈਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨ ਕੋਈ ਕਰ ਸਕੈ ਕਿਸਥੈ ਰੋਵੇ ਰੋਜ। ਕੀਤਾ ਕਿਛੁ ਨ ਹੋਵੇ ਲਿਖਿਆ ਧੁਰ ਸੰਜੋਗ। ਵਡਭਾਗੀ ਮੇਰਾ ਪ੍ਰਭ ਮਿਲੈ ਤਉ ਤਰੈ ਸਭ ਯੋਗ। ਨਾਨਕ ਕਉ ਪ੍ਰਭ ਰਾਖ ਲੇਹਿ ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ ਬਿਨ ਸਹੇ ਸਭੇ ਸੋਚ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਮੈਂ ਤੁਹਾਡੇ ਵਾਸਤੇ ਤੁਹਾਡੇ ਆਪਣੇ ਚੈਨਲ ਗੁਰੂ ਨਾਨਕ ਬਾਣੀ ਪਾਠਸ਼ਾਲਾ ਉੱਤੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਫਲ ਮਹਾਤਮ ਤੇ 12 ਮਾਹ ਵਿੱਚੋਂ ਕੱਤਕ ਮਹੀਨੇ ਵਾਲੇ ਮਹੀਨੇ ਦੇ ਸ਼ਬਦ ਅਰਥ ਲੈ ਕੇ ਹਾਜ਼ਰ ਹੋਇਆ। ਅੱਜ ਆਪਾਂ ਵਿਚਾਰ ਕਰਾਂਗੇ ਕਿ ਇਹ ਜੋ ਕੱਤਕ ਦਾ ਮਹੀਨਾ ਹੈ, ਇਹ ਸਾਡੇ ਵਿੱਚ ਮਹਾਨਤਾ ਕਿਉਂ ਰੱਖਦਾ, ਇਸ ਨੂੰ ਅਸੀਂ ਪਵਿੱਤਰ ਕਿਉਂ ਮੰਨਦੇ ਹਾਂ, ਤੇ ਇਸ ਮਹੀਨੇ ਵਿੱਚ ਅਸੀਂ ਕੁਝ ਕੁ ਰੀਤੀਆਂ ਨਿਭਾਉਂਦੇ ਹਾਂ। ਸੋ ਸੰਗਤ ਜੀ, ਅੱਜ ਕੱਤਕ ਮਹੀਨੇ ਦੀ ਸੰਗਰਾਂਦ ਹੈ ਤੇ ਇਹ ਜੋ ਮਹੀਨਾ ਹੈ ਕੱਤਕ ਮਹੀਨੇ ਦਾ, ਕੱਤਕ ਦਾ ਮਹੀਨਾ ਬੜਾ ਹੀ ਪਵਿੱਤਰ ਮੰਨਿਆ ਜਾਂਦਾ ਹੈ, ਹਿੰਦੂ ਧਰਮ ਵਿੱਚ ਵੀ ਤੇ ਸਿੱਖ ਧਰਮ ਵਿੱਚ ਵੀ। ਹਿੰਦੂ ਧਰਮ ਦੇ ਵਿੱਚ ਇਸ ਕਰਕੇ ਪਵਿੱਤਰ ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਦੇ ਵਿੱਚ, ਕੱਤਕ ਦੇ ਮਹੀਨੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਉਪਵਾਸ ਰੱਖਿਆ ਕਰਦੇ ਸਨ। ਉਪਵਾਸ ਮੀਨਸ ਵਰਤ ਰੱਖਦੇ ਸਨ ਉਹ ਕੱਤਕ ਮਹੀਨੇ ਦੇ ਵਿੱਚ। ਤੇ ਬਹੁਤ ਸਾਰੇ ਹਿੰਦੂ ਵੀਰ ਅਤੇ ਹਿੰਦੂ ਸਵਾਣੀਆਂ ਇਸ ਮਹੀਨੇ ਵਿੱਚ ਪੂਰੀ ਰੀਤੀ ਦੇ ਨਾਲ ਕੱਤਕ ਮਹੀਨੇ ਦੇ ਉਪਵਾਸ ਰੱਖਦੇ ਆ। ਉਸ ਦੀਆਂ ਕੁਝ ਰੀਤੀਆਂ ਉਹਨਾਂ ਦੇ ਧਰਮ ਦੇ ਅਨੁਸਾਰ ਜਿਨ੍ਹਾਂ ਨੂੰ ਉਹ ਨਿਭਾਉਂਦੇ ਆ, ਤੇ ਉਹਦਾ ਲੌਜਿਕ ਭਾਵੇਂ ਡੀਪਲੀ ਬਹੁਤ ਹੋਰ ਹੈ, ਪਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਨਾਮ ਨੂੰ ਜਾਣ ਕੇ ਹੀ ਹਿੰਦੂ ਧਰਮ ਦੇ ਵਿੱਚ ਇਹ ਕੱਤਕ ਮਹੀਨੇ ਦਾ ਉਪਵਾਸ ਰੱਖਿਆ ਜਾਂਦਾ ਹੈ। ਸਿੱਖ ਧਰਮ ਦੇ ਵਿੱਚ ਵੀ ਇਸ ਕੱਤਕ ਦੇ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਭੈਣਾਂ ਵੀਰ ਇਸ ਮਹੀਨੇ ਨੂੰ ਪਵਿੱਤਰ ਮੰਨਦੇ ਹੈ ਤੇ ਸੰਗਰਾਂਦ ਵਾਲੇ ਦਿਨ ਤੋਂ ਹੀ ਹਰ ਰੋਜ਼ ਕੇਸ਼ੀ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਜਾਂਦੇ ਹੈ, ਪਾਠ ਕਰਦੇ ਹੈ। ਮਤਲਬ ਨਿਯਮ ਬਣਾਉਂਦੀਆਂ ਸਿੱਖ ਭੈਣਾਂ ਬੀਬੀਆਂ ਕਿ ਕੱਤੇ ਮਹੀਨੇ ਦੇ ਵਿੱਚ ਕੇਸ਼ੀ ਇਸ਼ਨਾਨ ਕਰਨਾ, ਰੋਜ਼ ਗੁਰਦੁਆਰੇ ਜਾ ਕੇ ਮੱਥਾ ਟੇਕਣਾ। ਇਸ ਦੇ ਪਿੱਛੇ ਇਸ ਤਰ੍ਹਾਂ ਦੀ ਵਿਚਾਰਧਾਰਾ ਹੈ ਸਾਡੀ, ਭਾਵੇਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ
ਜਨਮ ਵਿਸਾਖ ਮਹੀਨੇ ਵਿੱਚ ਹੋਇਆ ਸੀ। ਪਰ ਸਿੱਖ ਰੀਤੀ ਰਿਵਾਜਾਂ ਦੇ ਅਨੁਸਾਰ ਜੋ ਸਿੱਖ ਸਭਾਵਾਂ ਨੇ, ਸਿੱਖ ਆਗੂਆਂ ਨੇ ਜੋ ਸਾਡੇ ਵਿੱਚ ਮਤੇ ਪਾਸ ਕੀਤੇ ਗਏ ਹੈ, ਉਸ ਰੀਤੀ ਦੇ ਅਨੁਸਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਸੋ ਇਸ ਮਹੀਨੇ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਕੱਤਕ ਮਹੀਨੇ ਨੂੰ ਸਿੱਖਾਂ ਦੇ ਵਿੱਚ, ਕਿ ਇਸ ਮਹੀਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਨਮ ਹੋਇਆ ਸੀ। ਤੋ ਸਿੱਖ ਲੋਕ ਇਸ ਕਰਕੇ, ਸਿੱਖ ਬੀਬੀਆਂ ਸਵੇਰੇ ਉੱਠ ਕੇ ਇਸ਼ਨਾਨ ਕਰਦੀਆਂ, ਕੇਸ਼ੀ ਇਸ਼ਨਾਨ ਕਰਦੀਆਂ, ਡੇਲੀ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੀਆਂ, ਇਸ ਰੀਤੀ ਨੂੰ ਨਿਭਾਉਂਦੀਆਂ, ਪਵਿੱਤਰ ਮੰਨਦੀਆਂ ਤੇ ਆਪਣੀਆਂ ਭਾਵਨਾਵਾਂ ਮਨ ਦੇ ਵਿੱਚ ਰੱਖ ਕੇ ਇਹ ਰੀਤ ਨੂੰ ਨਿਭਾਉਂਦੀਆਂ। ਕਿਸੇ ਦੀ ਕੋਈ ਇੱਛਾ ਹੁੰਦੀ, ਕਿਸੇ ਦੀ ਕੋਈ ਇੱਛਾ ਹੁੰਦੀ ਹੈ, ਕਿਉਂਕਿ ਇੱਛਾ ਤੋਂ ਬਿਨਾਂ ਮਨੁੱਖ ਕੋਈ ਵੀ ਕੰਮ ਨਹੀਂ ਕਰਦਾ ਗਾ। ਸਾਰੇ ਜਿੰਨੇ ਵੀ ਧਰਮ ਕਰਮ ਹੁੰਦੇ ਨਾ, ਮਨੁੱਖ ਇੱਛਾ ਦੇ ਅਧੀਨ ਹੋ ਕੇ ਹੀ ਕਰਦਾ, ਤੇ ਸਾਰਿਆਂ ਦੀਆਂ ਇੱਛਾਵਾਂ ਹੁੰਦੀਆਂ ਕਿ ਸਾਡੀ ਇੱਛਾ ਪੂਰੀ ਹੋਵੇ। ਤਾਂ ਉਹ ਅਸੀਂ ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਦੀਆਂ ਇੱਛਾਵਾਂ ਹੁੰਦੀਆਂ, ਬੀਬੀਆਂ ਭੈਣਾਂ ਦੀਆਂ। ਤਾਂ ਇਸ ਮਹੀਨੇ ਉਸ ਸੁੱਖ ਨੂੰ ਜਾਂ ਮਨ ਦੀ ਵਿੱਚ ਇੱਛਾ ਨੂੰ ਲੈ ਕੇ ਪੂਰਾ ਕੱਤੇ ਦਾ ਮਹੀਨੇ ਕੇਸ਼ੀ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਜਾਂਦੀਆਂ, ਗੁਰਬਾਣੀ ਦਾ ਪਾਠ ਕਰਦੀਆਂ, ਜਪਜੀ ਸਾਹਿਬ ਦਾ ਜਾਂ ਪੰਜਾਂ ਬਾਣੀਆਂ ਦਾ, ਜਿਵੇਂ ਵੀ ਉਹਨਾਂ ਕੋਲ ਹੁੰਦਾ ਹੈ। ਸੋ ਐਕਚੁਅਲੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਹੈ 12 ਮਾਹਾਂ। ਤੇ ਇਸ 12 ਮਾਹਾਂ ਦੇ ਵਿੱਚ ਜੋ 9ਵੀਂ ਪੌੜੀ ਹੈ 12 ਮਾਹ ਸਾਹਿਬ ਜੀ ਦੀ, 8ਵਾਂ ਮਹੀਨਾ ਹੈ ਦੇਸੀ ਸਾਲ ਦਾ ਗੁਰਮਤਿ ਦੇ ਅਨੁਸਾਰ। ਤੋ 9ਵੀਂ ਪੌੜੀ ਹੈ ਕਤ ਕਰਮ ਕਮਾਵਣੇ ਦੋਸਨ ਕਾਹੂ ਜੋਗ। ਤੇ ਇਹਦੇ ਵਿੱਚ ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪੌੜੀ ਉਚਾਰੀ ਹੈ ਕੱਤਕ ਦੇ ਮਹੀਨੇ ਦੇ ਫਲ ਮਹਾਤਮ ਨੂੰ ਦਰਸਾਉਂਦਿਆਂ ਹੋਇਆਂ, ਜਾਂ ਸਤਿਗੁਰੂ ਜੀ ਇਵੇਂ ਸਾਨੂੰ ਕਹਿੰਦੇ ਆ ਕਿ ਇਹ ਕੱਤਕ ਦਾ ਜੋ ਮਹੀਨਾ ਹੈ, ਇਹਦੇ ਵਿੱਚ ਸਾਨੂੰ ਇਸ ਤਰ੍ਹਾਂ ਦੇ ਕਰਮ ਕਰਨੇ ਚਾਹੀਦੇ ਆ। ਇਹ ਕੱਤਕ ਦਾ ਜੋ ਮਹੀਨਾ ਹੈ ਅੰਗਰੇਜ਼ੀ ਮਹੀਨੇ ਮੁਤਾਬਕ ਮਿਡ ਅਕਤੂਬਰ ਟੂ ਮਿਡ ਨਵੰਬਰ ਤੱਕ ਹੁੰਦਾ ਹੈ ਇਹ। ਤੋ ਐਕਚੁਅਲੀ ਇਹ ਪੁਰਾਣਿਕ ਰੀਤ ਤੁਰੀ ਆਉਂਦੀ ਆ, ਪੁਰਾਣਿਕ ਇੱਕ ਗਾਥਾ ਹੈ, ਜਿਸ ਕਰਕੇ ਕੱਤਕ ਦਾ ਮਹੀਨੇ ਦੇ ਜੋ ਸ਼ਬਦ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੇ ਆ, ਬੋਲ ਉਚਾਰਨ ਕੀਤੇ, ਦੋਸਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵਿਮੁਖ ਹੋਏ ਰਾਗ ਤੇ ਲੱਗਣ ਜਨਮ ਬੰਜੋਗ। ਇਹਦਾ ਜੋ ਲੌਜਿਕ ਹੈਗਾ ਨਾ, ਇਹਦੇ ਪਿੱਛੇ ਇਹ ਇੱਕ ਪੁਰਾਣਾ ਦੀ ਗਾਥਾ ਦੇ ਅਨੁਸਾਰ ਹੈ, ਕਿਉਂਕਿ ਜੋ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਪ੍ਰਮਾਣ ਹਨ ਨਾ, ਉਹ ਜੋ ਗੁਰਬਾਣੀ ਦੇ ਬਹੁਤ ਸਾਰੇ ਸ਼ਬਦ ਹੈ, ਤਾਂ ਬਹੁਤ ਸਾਰੇ ਵੇਦਾਂ ਪੁਰਾਣਾਂ ਤੇ ਸ਼ਾਸਤਰਾਂ ਨੂੰ ਲੈ ਕੇ ਵੀ ਪ੍ਰਮਾਣ ਦੇ, ਜਿਵੇਂ ਭਗਤ ਪ੍ਰਹਿਲਾਦ ਜੀ ਦਾ ਹੋ ਗਿਆ, ਤਿੰਨ ਸ਼ਬਦ ਪ੍ਰਮਾਣ ਭਗਤ ਪ੍ਰਹਿਲਾਦ ਜੀ ਦੇ ਗੁਰਬਾਣੀ ਦੇ ਵਿੱਚ ਆਉਂਦੇ ਆ। ਇੱਕ ਗੁਰੂ ਅਮਰਦਾਸ ਜੀ ਨੇ ਉਚਾਰਨ ਕੀਤਾ, ਭਗਤ ਕਬੀਰ ਜੀ ਨੇ ਉਚਾਰਨ ਕੀਤੀ, ਭਗਤ ਪ੍ਰਹਿਲਾਦ ਦੀ ਸਟੋਰੀ ਨਾਮਦੇਵ ਜੀ ਨੇ ਕੀਤੀ ਹੈ, ਗੁਰੂ ਅਮਰਦਾਸ ਜੀ ਨੇ ਸਟੋਰੀ ਉਚਾਰਨ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਚ ਭੈਰੋ ਰਾਗ ਚ ਮੇ ਵੀ ਸ਼ਾਇਦ। ਸੋ ਇਸ ਤਰ੍ਹਾਂ ਇਹ ਇੱਕ ਪ੍ਰਮਾਣਤਾ ਇੱਥੇ ਨਹੀਂ ਦਿੱਤਾ ਗੁਰੂ ਜੀ ਨੇ ਬੋਲਾਂ ਦੇ ਵਿੱਚ, ਪਰ ਵਿਦਵਾਨ ਲੋਕ ਇਸ ਨੂੰ ਪ੍ਰਮਾਣ ਨੂੰ ਇਹਦੇ ਨਾਲ ਲਾਉਂਦੇ ਆ ਕਿ ਰਾਜਾ ਕੇਤਕੀ ਦੇ ਪ੍ਰਥਾਏ ਇਹ ਜੋ ਬੋਲ ਹੈ ਸਤਿਗੁਰੂ ਅਰਜਨ ਦੇਵ ਜੀ ਦੇ ਕਤ ਕਰਮ ਕਮਾਉਣੇ ਕੁਛ ਦੋਸਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਇੱਕ ਪ੍ਰਮਾਣ ਆਉਂਦਾ ਨਾ ਸਵਈਆਂ ਦੇ ਵਿੱਚ, ਪੰਜਵੇਂ ਪਾਤਸ਼ਾਹ ਦੀ ਸਵਈਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕੱਲੇ ਜੋੜ ਕਰ ਸਜਸ ਵਖਾਣਿਓ। ਯਾਨੀ ਕਿ ਇਹਦੇ ਵਿੱਚ ਇਹ ਪ੍ਰਮਾਣ ਆਉਂਦਾ ਹੈ ਕਿ ਭਗਤ ਜਿਹੜਾ ਭੱਟ ਕਲ ਹੈ ਉਹ ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਦਾ ਜਸ ਕਰਦਿਆਂ ਹੋਇਆਂ ਕਹਿੰਦੇ ਆ ਕਿ ਹੇ ਸ਼੍ਰੀ ਗੁਰੂ ਅਰਜਨ ਦੇਵ ਜੀ, ਤੁਸੀਂ ਜਨਮ ਤੋਂ ਹੀ ਗੁਰਮਤ ਧਾਰਨ ਕੀਤੀ ਹੋਈ ਸੀ, ਜਨਮ ਤੋਂ ਹੀ, ਤੇ ਜਨਮ ਤੋਂ ਹੀ ਤੁਸੀਂ ਬ੍ਰਹਮ ਨੂੰ ਪਛਾਣ ਲਿਆ ਸੀ। ਇਹ ਪ੍ਰਮਾਣ ਹੈ।
ਇਹਦੇ ਵਿੱਚ ਆਪਾਂ ਪ੍ਰਮਾਣ ਜਿਵੇਂ ਦੇ ਸਕਦੇ ਹਾਂ, ਬੀਬੀ ਭਾਨੀ ਜੀ ਵਾਲਾ ਜਦੋਂ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਦੋਹਤਾ ਬਾਣੀ ਕਾ ਬੋਹਤਾ ਵਗੈਰਾ ਵਗੈਰਾ, ਜਨਮ ਤੋਂ ਹੀ ਗੁਰੂ ਅਰਜਨ ਦੇਵ ਜੀ ਅਵਤਾਰੀ ਪੁਰਸ਼ ਸਨ, ਇਸ ਵਾਸਤੇ ਕਿਹਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੇ ਦੂਜਾ ਵਿਦਵਾਨਾਂ ਦੇ ਅਨੁਸਾਰ ਪ੍ਰਮਾਣ ਇਹਦੇ ਵਿੱਚ ਸੁਖਦੇਵ ਮੁਨੀ ਦਾ ਦਿੱਤਾ ਜਾਂਦਾ ਕਿ ਸੁਖਦੇਵ ਮੁਨੀ ਨੇ ਤੋਤੇ ਦੇ ਜਨਮ ਦੇ ਵਿੱਚ ਸ਼ਿਵ ਜੀ ਤੇ ਪਾਰਬਤੀ ਕੋਲੋਂ ਅਮਰ ਕਥਾ ਸੁਣ ਲਈ ਸੀ। ਤੋ ਅਮਰ ਕਥਾ ਸੁਣਨ ਤੋਂ ਬਾਅਦ ਜਦੋਂ ਸ਼ਿਵ ਜੀ ਦੀ ਸਮਾਧੀ ਖੁੱਲੀ ਤਾਂ ਉਹਨਾਂ ਨੇ ਕੰਡੀਸ਼ਨ ਰੱਖੀ ਸੀ ਵੀ ਕੋਈ ਆਸੇ ਪਾਸੇ ਕੋਈ ਸੁਣੇ ਨਾ, ਪਰ ਤੋਤੇ ਦਾ ਬੱਚਾ ਆਲਣੇ ਦੇ ਵਿੱਚ ਸੀ, ਆਂਡੇ ਦੇ ਵਿੱਚ, ਫਿਰ ਬੱਚਾ ਬਣ ਗਿਆ ਕਥਾ ਸੁਣਦੇ ਸੁਣਦੇ। ਤੇ ਮਾਤਾ ਪਾਰਬਤੀ ਜੀ ਕਥਾ ਸੁਣਦੇ ਸੌਂ ਗਏ ਸੀ। ਜਦੋਂ ਭਗਵਾਨ ਜੀ ਸ਼ਿਵ ਜੀ ਨੇ ਆਸੇ ਪਾਸੇ ਦੇਖਿਆ ਕਿ ਮੇਰੀ ਕਥਾ ਕਿਸੇ ਨੇ ਸੁਣੀ ਤਾਂ ਨਹੀਂ, ਫਿਰ ਉਹਨੇ ਦੇਖਿਆ ਦਰਖਤ ਦੇ ਉੱਤੇ ਬੈਠਾ ਹੋਇਆ ਬੱਚੇ ਦਾ, ਤੋਤੇ ਦਾ ਬੱਚਾ, ਉਸਨੇ ਕਥਾ ਸੁਣੀ ਸੀ, ਸੁਣ ਲਈ ਹੈ। ਭਗਵਾਨ ਜੀ ਉਹਨੂੰ ਮਾਰਨ ਵਾਸਤੇ ਚਲੇ ਗਏ, ਉਹਦੇ ਮਗਰ ਭੱਜੇ ਸ਼ਿਵ ਜੀ ਉਹਨੂੰ ਮਾਰਨ ਵਾਸਤੇ ਉਹਦੇ ਮਗਰ ਭੱਜੇ। ਤੋਤਾ ਉੱਡ ਗਿਆ, ਉੱਡ ਕੇ ਤੇ ਅੱਗੇ ਕਹਿੰਦੇ ਹਨ, ਇਹ ਗਾਥਾ ਹੈ ਪੁਰਾਣਾਂ ਦੀ, ਮਤਲਬ ਉਹਨਾਂ ਦੇ ਮੁਤਾਬਕ ਕਿ ਅੱਗੇ ਬਿਆਸ ਰਿਸ਼ੀ ਜੀ ਦੀ ਪਤਨੀ ਆਪਣੇ ਕੇਸਾਂ ਵਿੱਚ ਤੇਲ ਦੀ ਮਾਲਿਸ਼ ਕਰਵਾ ਕੇ ਮੀਡੀਆਂ ਬਣਵਾ ਰਹੀ ਸੀ। ਤੇ ਜਦੋਂ ਔਰਤ ਦੀ ਕੋਈ ਮੀਡੀ ਜਾਂ ਗੁੱਤ ਗੁੰਦਦਾ ਹੈ ਤਾਂ ਉਹਦਾ ਮੂੰਹ ਤਾਂ ਨੂੰ ਚੱਕਿਆ ਜਾਂਦਾ ਤੇ ਖੁੱਲ ਜਾਂਦਾ, ਇਹ ਆਮ ਗੱਲ ਹੈ। ਤਾਂ ਜਿਹੜਾ ਤੋਤਾ ਸੀ ਉਹ ਹਵਾ ਰੂਪ ਹੋ ਕੇ ਉਸ ਬਿਆਸ ਰਿਸ਼ੀ ਦੀ ਇਸਤਰੀ ਦੇ ਪੇਟ ਵਿੱਚ ਚਲਾ ਗਿਆ। 12 ਸਾਲ ਭਗਵਾਨ ਸ਼ਿਵ ਜੀ ਕਹਿੰਦੇ ਬਿਆਸ ਜੀ ਦੇ ਦਰਵਾਜ਼ੇ ਅੱਗੇ ਬੈਠੇ ਰਹੇ ਕਿ ਜਦੋਂ ਬੱਚੇ ਨੇ ਜਨਮ ਲਿਆ ਤਾਂ ਫਿਰ ਮੈਂ ਇਸ ਨੂੰ ਮਾਰ ਦਾਂਗਾ, ਕਿਉਂਕਿ ਇਸ ਨੇ ਮੇਰੀ ਅਮਰ ਕਥਾ ਸੁਣ ਲਈ ਹੈ। ਸੋ ਇਸ ਤਰ੍ਹਾਂ ਮਸਤ ਮੌਲੇ ਭਗਵਾਨ ਭੋਲੇਨਾਥ ਜੀ ਨੇ ਇਸ ਤਰ੍ਹਾਂ ਧਰਨਾ ਧਾਰ ਲਿਆ। ਪਰ 12 ਸਾਲ ਤੋਂ ਬਾਅਦ ਕਿਸੇ ਰਿਸ਼ੀ ਨੇ, ਮਹਾਂਪੁਰਖ ਪੁੱਜੇ ਹੋਏ ਸੰਤ ਨੇ ਆ ਕੇ ਦੱਸਿਆ ਕਿ ਪ੍ਰਭੂ ਜੀ ਤੁਸੀਂ ਇੱਥੇ ਕਿਉਂ ਬੈਠੇ ਹੋ? ਕਹਿੰਦੇ ਮੇਰੀ ਕਥਾ ਤੋਤੇ ਨੇ ਸੁਣ ਲਈ ਆ, ਅਮਰ ਕਥਾ, ਤੇ ਹੁਣ ਉਹ ਇਸਤਰੀ ਦੇ ਪੇਟ ਵਿੱਚ ਵੜ ਗਿਆ, ਜਿੱਦੇ ਜਨਮ ਲਊਗਾ ਉਦੇ ਮੈਂ ਇਹਨੂੰ ਮਾਰ ਦੇਂਗਾ। ਤਾਂ ਮਹਾਂਪੁਰਖਾਂ ਨੇ ਦੱਸਿਆ ਕਿ ਭਗਵਾਨ ਜੀ ਅਮਰ ਕਥਾ ਦਾ ਕੀ ਮਤਲਬ? ਕਹਿੰਦੇ ਜਿਹੜਾ ਅਮਰ ਕਥਾ ਸੁਣ ਲੈਂਦਾ ਉਹ ਮਰਦਾ ਨਹੀਂ। ਤਾਂ ਫਿਰ ਭਗਵਾਨ ਜੀ ਤੁਸੀਂ ਇਸ ਨੂੰ ਕਿਵੇਂ ਮਾਰ ਸਕਦੇ ਹੋ? ਉਸਨੇ ਤਾਂ ਅਮਰ ਕਥਾ ਸੁਣ ਲਈ ਹੈ ਨਾ। ਇਸ ਤਰ੍ਹਾਂ ਦੇ ਨਾਲ ਫਿਰ ਭਗਵਾਨ ਸ਼ਿਵ ਜੀ ਭੋਲੇਨਾਥ ਜੀ ਚਲੇ ਗਏ ਆਪਦੇ ਪਹਾੜਾਂ ਦੇ ਵਿੱਚ। ਤਾਂ 12 ਸਾਲ ਬੱਚਾ ਆਪਦੀ ਮਾਂ ਦੇ ਪੇਟ ਵਿੱਚ ਰਿਹਾ ਸੁਖਦੇਵ ਮੁਨੀ। ਤਾਂ ਜਦੋਂ ਉਹ 12 ਸਾਲ ਦਾ ਹੋ ਗਿਆ, ਜਨਮ ਲਿਆ ਉਹਨੇ, ਤੇ ਜਨਮ ਲੈਂਦਾ ਸਾਰੇ ਉਸਦਾ ਸਰੀਰ 12 ਸਾਲ ਦਾ ਹੋ ਗਿਆ ਸੀ ਸੁਖਦੇਵ ਮੁਨੀ ਦਾ। ਤਾਂ ਉਸ ਵਾਸਤੇ ਵੀ ਇਹੀ ਪ੍ਰਮਾਣ ਦਿੰਦੇ ਹਨ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੁਸੀਂ ਜਨਮ ਤੋਂ ਪਹਿਲਾਂ ਹੀ, ਭਗਵਾਨ ਸੁਖਦੇਵ ਮੁਨੀ ਜੀ ਨੇ ਜਨਮ ਤੋਂ ਪਹਿਲਾਂ ਹੀ ਗੁਰਮਤ ਨੂੰ ਪਛਾਣ ਲਿਆ ਸੀ, ਬ੍ਰਹਮ ਨੂੰ ਪਛਾਣ ਲਿਆ ਸੀ। ਇਸ ਤਰ੍ਹਾਂ ਦੇ ਪ੍ਰਮਾਣ ਗੁਰਬਾਣੀ 'ਚ ਦਿੱਤੇ ਜਾਂਦੇ ਆ। ਸੋ ਇਹਨਾਂ ਪੰਗਤੀਆਂ ਦੇ ਪ੍ਰਮਾਣ ਜਿਹੜੇ ਹੈਗੇ ਇਸੇ ਤਰ੍ਹਾਂ ਮਹਾਂਪੁਰਖਾਂ ਨੇ, ਵਿਦਵਾਨ ਪੁਰਸ਼ਾਂ ਨੇ ਲਾਏ ਆ ਕਿ ਇਹਨਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੱਤਕ ਮਹੀਨੇ ਵਾਲੇ ਬੋਲਾਂ ਦੇ ਪਿੱਛੇ ਰਾਜੇ ਕੇਤਕੀ ਦੀ ਗਾਥਾ ਹੈ। ਪਹਿਲਾਂ ਮੈਂ ਤੁਹਾਨੂੰ ਗਾਥਾ ਸੁਣਾਦਾ, ਫਿਰ ਆਪਾਂ ਅਰਥ ਕਰਾਂਗੇ, ਅਰਥਾਂ ਤੋਂ ਬਾਅਦ ਫਿਰ ਸਮਾਪਤੀ ਹੋ ਜਾਊ ਆਪਣੀ, ਠੀਕ ਹੈ ਜੀ। ਸੋ ਜਿਹੜਾ ਰਾਜਾ ਕੇਤਕੀ ਹੋਇਆ ਨਾ, ਇਹ ਦੁਆਪਰ ਯੁੱਗ ਦੇ ਵਿੱਚ ਹੀ ਹੋਇਆ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਸਮੇਂ ਵਿੱਚ ਹੀ। ਸੋ ਰਾਜਾ ਕੇਤਕੀ ਬੜਾ ਚੰਗਾ ਧਰਮੀ ਰਾਜਾ ਸੀ, ਭਲੇ ਕਰਮ ਕਰਦਾ ਸੀ ਪ੍ਰਜਾ ਵਾਸਤੇ, ਪ੍ਰਜਾ ਦੀ ਸਹਾਇਤਾ ਕਰਦਾ ਸੀ, ਮਦਦ ਕਰਦਾ ਸੀ। ਪਰ ਇੱਕ ਵਾਰ ਕੀ ਹੋਇਆ, ਉਹ ਕਹਿੰਦੇ ਜੰਗਲ ਦੇ ਵਿੱਚ ਪਹਾੜਾਂ ਵਿੱਚ ਸ਼ਿਕਾਰ ਖੇਡਣ ਵਾਸਤੇ ਗਿਆ ਜਾਂ ਘੁੰਮਣ ਵਾਸਤੇ ਗਿਆ। ਤਾਂ ਉੱਥੇ ਪਹਾੜਾਂ ਦੇ ਵਿੱਚ ਬਲਗਾਰ ਨਾਮ ਦਾ ਰਾਖਸ਼ ਰਹਿੰਦਾ ਸੀ। ਤਾਂ ਬਲਗਾਰ ਨਾਮ ਦਾ ਰਾਖਸ਼ ਦੀ ਦਹਿਸ਼ਤ ਬਹੁਤ ਆਸੇ ਪਾਸੇ ਫੈਲੀ ਹੋਈ ਸੀ। ਤਾਂ ਉਸ ਦੀ ਬੇਟੀ ਸੀ, ਬਲਗਾਰ ਰਾਖਸ਼ ਦੀ ਬੇਟੀ ਸੀ ਜਾਮਨਾ। ਜਾਮਨਾ ਬਹੁਤ ਸੁੰਦਰ ਲੜਕੀ ਸੀ ਤੇ ਚੰਚਲ ਸੀ ਸੁਭਾਅ ਦੀ। ਤਾਂ ਉਹ ਜੰਗਲ ਦੇ ਵਿੱਚ ਇੱਕ ਵਾਰ ਤੁਰੀ ਫਿਰਦੀ ਸੀ। ਤਾਂ ਰਾਜੇ ਕੇਤਕੀ ਨੇ ਜਦ ਉਸ ਨੂੰ ਦੇਖਿਆ ਤਾਂ ਰਾਜਾ ਕੇਤਕੀ ਜਾਮਨਾ ਉੱਤੇ ਮੋਹਿਤ ਹੋ ਗਿਆ ਤੇ ਵਿਕਾਰਾਂ ਦੇ ਵਸ ਹੋ ਕੇ ਉਸਨੇ ਜਾਮਨੀ ਦੇ ਨਾਲ ਵਿਆਹ ਕਰਵਾ ਲਿਆ, ਬਲਗਾਰ ਰਾਖਸ਼ ਦੀ ਬੇਟੀ ਦੇ ਨਾਲ। ਜਿਹੜੀ ਜਾਮਨੀ ਸੀ ਉਹ ਸੁਭਾਅ ਦੀ ਭਾਵੇਂ ਚੰਚਲ ਸੀ, ਪਰ ਰਾਖਸ਼ ਦੀ ਬੇਟੀ ਹੋਣ ਕਰਕੇ ਉਹਦੇ ਸੁਭਾਵਿਕ ਤੱਤ ਕਪਟੀ ਸਨ ਤੇ ਬੜੀ ਗੁੱਸੇ ਵਾਲੀ ਵੀ ਸੀਗੀ ਉਹ। ਤੇ ਜਿਵੇਂ
ਰਾਖਸ਼ ਜਿਹੜੇ ਹੁੰਦੇ ਆ ਉਹ ਲੇਵਤਾ ਹੀ ਹੁੰਦੇ ਆ, ਦੇਵਤਾ ਨਹੀਂ ਹੁੰਦੇ। ਮਤਲਬ ਉਹਨਾਂ ਨੂੰ ਮਿਲੇ ਉਹਨਾਂ ਦੇ ਹੱਕ ਦੀ ਚੀਜ਼ ਹੋ ਜੇ, ਸਾਰੀ ਕੁਛ ਹੈਪੀ ਰਹਿੰਦੇ ਆ। ਤਾਂ ਦੇਵਤੇ ਜਿਹੜੇ ਹੈਗੇ ਆ ਉਹ ਉਹਨਾਂ ਦਾ ਕੰਮ ਹੁੰਦਾ ਦੇਣਾ, ਹੈ ਨਾ। ਇੱਕ ਥੋੜੀ ਜਿਹੀ ਐਗਜ਼ਾਮਪਲ ਦਿੰਦਾ ਤੁਹਾਨੂੰ ਮੈਂ। ਜਿਸ ਤਰ੍ਹਾਂ ਇੱਕ ਵਾਰ ਭਗਵਾਨ ਜੀ ਕੋਲ, ਬਰਮਾ ਜੀ ਕੋਲ ਰਾਖਸ਼ਾਂ ਨੇ ਸ਼ਿਕਾਇਤ ਕੀਤੀ। ਕਹਿਣ ਲੱਗੇ, ਇਹ ਪ੍ਰਭੂ ਬ੍ਰਹਮਾ ਜੀ, ਤੁਸੀਂ ਸਾਨੂੰ ਵੀ ਬਣਾਇਆ ਤੇ ਤੁਸੀਂ ਦੇਵਤਿਆਂ ਦੀ ਘਾਟ ਵੀ ਘੜੀ ਹੈ, ਤੇ ਫਿਰ ਲੋਕ ਦੇਵਤਿਆਂ ਦੀ ਪੂਜਾ ਕਿਉਂ ਕਰਦੇ ਆ ਤੇ ਸਾਨੂੰ ਨਫ਼ਰਤ ਕਿਉਂ ਕਰਦੇ ਆ? ਅਸੀਂ ਰਾਖਸ਼ ਹਾਂ, ਲੋਕ ਸਾਨੂੰ ਨਫ਼ਰਤ ਕਰਦੇ ਆ, ਦੇਵਤਿਆਂ ਦੀ ਲੋਕ ਪੂਜਾ ਕਰਦੇ ਆ, ਤਾਂ ਇਹ ਸਾਨੂੰ ਕਿਉਂ ਕਰਦੇ? ਫਿਲਹਾਲ ਕਿ ਤੁਸੀਂ ਵੀ ਬ੍ਰਹਮਣ ਕਹਿੰਦੇ ਤੁਸੀਂ ਸ਼ਿਵ ਜੀ, ਉਹਨਾਂ ਨੂੰ ਸੌਰੀ ਦੇਵਤਿਆਂ ਨੂੰ ਵੀ ਤੁਸੀਂ ਬਣਾਇਆ ਤੇ ਸਾਨੂੰ ਵੀ ਤੁਸੀਂ ਬਣਾਇਆ, ਫਿਰ ਇੰਨਾ ਫਰਕ ਕਿਉਂ? ਤਾਂ ਬ੍ਰਹਮਾ ਜੀ ਨੇ ਇੱਕ ਵਾਰੀ ਫਿਰ ਆਪਣੇ ਬ੍ਰਹਮ ਲੋਕ ਦੇ ਵਿੱਚ, ਇਹ ਪੁਰਾਣਾਂ ਦੀ ਗਾਥਾ ਹੈ, ਬ੍ਰਹਮ ਲੋਕ ਦੇ ਵਿੱਚ ਭੋਜਨ ਕੀਤਾ, ਭੋਜ ਕੀਤਾ, ਰਾਖਸ਼ਾਂ ਨੂੰ ਵੀ ਬੁਲਾਇਆ, ਦੇਵਤਿਆਂ ਨੂੰ ਵੀ ਬੁਲਾਇਆ। ਤਾਂ ਸਭ ਤੋਂ ਪਹਿਲਾਂ ਰਾਖਸ਼ਾਂ ਦੀ ਪੰਗਤ ਲਾਈ ਗਈ ਤੇ ਭੋਜ ਦੇ ਵਿੱਚ ਖੀਰ ਬਣਾ ਕੇ ਰੱਖੀ ਗਈ। ਸਾਹਮਣੇ ਵੀ ਆਮਣੇ ਸਾਹਮਣੇ ਪੰਗਤਾਂ ਬਣਾ ਕੇ ਬੈਠ ਕੇ ਰਾਖਸ਼, ਤੇ ਉਹਨਾਂ ਦੀ ਕੰਡੀਸ਼ਨ ਰੱਖੀ ਬ੍ਰਹਮਾ ਜੀ ਨੇ ਕਿ ਤੁਹਾਡੇ ਹੱਥ ਦੇ ਨਾਲ ਵੱਡੇ ਵੱਡੇ ਕੜਛ ਬੰਨੇ ਜਾਣਗੇ ਤੇ ਤੁਸੀਂ ਉਹ ਕੜਛ ਖੀਰ ਵਾਲੇ ਭਾਂਡੇ ਵਿੱਚੋਂ ਭਰ ਕੇ ਆਪਣੇ ਮੂੰਹ ਦੇ ਵਿੱਚ ਪਾਉਣੇ ਆ, ਇਸ ਤਰ੍ਹਾਂ ਖੀਰ ਖਾਣੀ ਆ। ਜਦ ਰਾਖਸ਼ ਉਹ ਖੀਰ ਖਾਣ ਲੱਗੇ ਤਾਂ ਉਹ ਕੜਛਾਂ ਦੀਆਂ ਡੰਡੀਆਂ ਵੱਡੀਆਂ ਹੋਣ ਕਰਕੇ, ਇੱਕ ਬਾਂਹ ਦਾ ਐਂਗਲ ਥੋੜਾ ਲੰਬਾ ਹੋਣ ਕਰਕੇ ਉਹ ਖੀਰ ਤਾਂ ਭਰ ਲੈਂਦੇ ਸੀਗੇ ਕੜਛ ਦੇ ਵਿੱਚ, ਬਟ ਉਹਨਾਂ ਦੇ ਮੂੰਹ ਤੱਕ ਨਹੀਂ ਜਾਂਦੇ। ਜਦੋਂ ਮੋੜ ਕੇ ਆਪਣੇ ਮੂੰਹ 'ਚ ਪਾਉਂਦੀ ਤਾਂ ਸਾਰੇ ਮੂੰਹ ਦੇ ਵਿੱਚ ਹੀ, ਮੂੰਹ ਤੇ ਹੀ ਡੁੱਲ ਜਾਂਦੀ ਸੀ। ਉਹ ਬੈਂਡ ਨਹੀਂ ਹੁੰਦਾ ਸੀਗਾ ਕੜਛ, ਜਿਹੜਾ ਚੰਗੀ ਤਰ੍ਹਾਂ ਮੂੰਹ ਵਿੱਚ ਨਹੀਂ ਜਾਂਦੀ ਸੀ। ਸਾਰੇ ਰਾਖਸ਼ਾਂ ਦੇ ਮੂੰਹ ਲਿਬੜ ਗਏ ਖੀਰ ਖਾਂਦਿਆਂ ਖਾਂਦਿਆਂ। ਤਾਂ ਉਸ ਤੋਂ ਬਾਅਦ ਫਿਰ ਦੇਵਤਿਆਂ ਦੀ ਪੰਗਤੀ ਲੱਗੀ। ਆਮਣੇ ਸਾਹਮਣੇ ਦੇਵਤੇ ਬੈਠ ਕੇ ਪੰਗਤਾਂ ਬਣਾ ਕੇ ਉਸੇ ਤਰੀਕੇ ਦੇ ਨਾਲ ਖੀਰ ਉਹਨਾਂ ਨੂੰ ਵਰਤਾਈ ਗਈ, ਲਾਈ ਗਈ, ਉਹਨਾਂ ਦੇ ਅੱਗੇ ਪਰੋਸੀ ਗਈ, ਤੇ ਉਹਨਾਂ ਦੇ ਹੱਥਾਂ ਨਾਲ ਵੀ ਵੱਡੇ ਵੱਡੇ ਕੜਛ ਬੰਨ੍ਹ ਕੇ ਕਿਹਾ ਵੀ ਹੁਣ ਤੁਸੀਂ ਇਹਨਾਂ ਨਾਲ ਤੁਸੀਂ ਖੀਰ ਖਾਓ। ਜਿਵੇਂ ਮਤਲਬ ਡੰਡੀ ਉਹਦੀ ਵੱਡੀ ਸੀ ਤੇ ਮੁੜ ਕੇ ਮੂੰਹ 'ਚ ਪੈਣੀ ਬਹੁਤ ਔਖੀ ਲੱਗਦੀ ਸੀ, ਹੁੰਦਾ ਨਹੀਂ ਸੀ ਉਸ ਤਰ੍ਹਾਂ। ਪਰ ਦੇਵਤਿਆਂ ਨੇ ਇੱਕ ਯੁਕਤੀ ਵਰਤੀ ਕਿ ਆਪਣੇ ਕੜਛ ਦੇ ਵਿੱਚੋਂ ਇੱਕ ਦੇਵਤਾ ਆਪਣੇ ਬਰਤਨ ਦੇ ਵਿੱਚੋਂ ਖੀਰ ਦਾ ਕੜਛ ਭਰ ਕੇ ਸਾਹਮਣੇ ਵਾਲੇ ਦੇਵਤੇ ਦੇ ਮੂੰਹ 'ਚ ਪਾ ਦਿੰਦਾ ਸੀ ਤੇ ਉਹ ਆਰਾਮ ਨਾਲ ਖਾ ਲੈਂਦਾ ਸੀ। ਉਹ ਦੇਵਤਾ ਇਸ ਦੇ ਮੂੰਹ 'ਚ ਪਾ ਦਿੰਦਾ ਸੀ। ਦੋਵਾਂ ਨੇ ਰੱਜ ਕੇ, ਮਤਲਬ ਦੋਵੇਂ ਪੰਗਤੀਆਂ ਨੇ ਰੱਜ ਕੇ ਖੀਰ ਖਾਧੀ ਦੇਵਤਿਆਂ ਨੇ, ਤੇ ਖੀਰ ਡੁੱਲੀ ਵੀ ਨਹੀਂ ਤੇ ਮੂੰਹ ਵੀ ਨਹੀਂ ਲਿਬੜਿਆ। ਸੋ ਇਸ ਤਰ੍ਹਾਂ ਫਿਰ ਬ੍ਰਹਮਾ ਜੀ ਨੇ ਦੱਸਿਆ ਕਿ ਭਾਈ ਆਹ ਦੇਖੋ, ਇਹ ਸਾਰਾ ਬੁੱਧੀ ਤੇ ਡਿਪੈਂਡ ਕਰਦਾ ਹੈ। ਤੁਹਾਡੀ ਬੁੱਧੀ ਕਰਕੇ ਲੋਕ ਤੁਹਾਨੂੰ ਨਫ਼ਰਤ ਕਰਦੇ ਆ ਤੇ ਇਹਨਾਂ ਦੇਵਤਿਆਂ ਦੀ ਬੁੱਧੀ ਕਰਕੇ ਲੋਕ ਇਹਨਾਂ ਦੀ ਪੂਜਾ ਕਰਦੇ ਆ। ਇਹਨਾਂ ਦੀ ਜੋ ਦੇਵਤਿਆਂ ਦੀ ਬੁੱਧੀ ਹੈ ਦੇਣ ਦੀ, ਇਹ ਦੇਵਤਾ ਮਤਲਬ ਦੇਣ ਵਾਲੇ, ਇਹ ਦੇਵਤੇ ਹਨ, ਦੇਣ ਵਾਲੇ ਹਨ। ਇਹ ਦਿੰਦੇ ਇੱਕ ਦੂਜੇ ਦੇ ਮੂੰਹ 'ਚ ਪਾਇਆ ਤਾਂ ਰੱਜ ਕੇ ਖੀਰ ਵੀ ਖਾ ਲਈ, ਮੂੰਹ ਵੀ ਨਹੀਂ ਲਿਬੜਿਆ। ਤੁਸੀਂ ਆਪਦੀਆਂ ਖੀਰਾਂ ਆਪ ਹੀ ਖਾਣ ਦੀ ਕੋਸ਼ਿਸ਼ ਕੀਤੀ, ਆਪਣੇ ਢਿੱਡ ਭਰਨ ਬਾਰੇ ਸੋਚਿਆ ਤੇ ਤੁਹਾਡਾ ਮੂੰਹ ਵੀ ਲਿਬੜ ਗਿਆ, ਖੀਰ ਨਾਲ ਚੰਗੀ ਤਰ੍ਹਾਂ ਖਾਧੀ ਵੀ ਨਹੀਂ ਗਈ। ਤਾਂ ਤੁਸੀਂ ਲੇਵਤਾ ਹੋ, ਲੈਣ ਵਾਲੇ ਹੋ, ਦੇਣ ਵਾਲੇ ਨਹੀਂ ਹੋ। ਤੁਹਾਡੀ ਬੁੱਧੀ ਇਸ ਤਰ੍ਹਾਂ ਦੀ ਆ, ਇਸ ਕਰਕੇ ਤੁਹਾਡੀ ਬੁੱਧੀ ਦੇ ਅਨੁਸਾਰ ਹੀ ਲੋਕ ਤੁਹਾਡੀ ਪੂਜਾ, ਨਫ਼ਰਤ ਕਰਦੇ, ਤੁਹਾਨੂੰ ਇਹਨਾਂ ਦੀ ਪੂਜਾ ਕਰਦੇ ਆ। ਸੋ ਰਹੋ ਵਿਚਾਰ ਇਸ ਤਰ੍ਹਾਂ ਹੀ। ਜਿਹੜੀ ਜਾਮਨਾ ਸੀ ਨਾ, ਸੋ ਜਾਮਨਾ ਨੇ ਦਾ ਵਿਆਹ ਹੋਣ ਕਰਕੇ ਜਦੋਂ ਰਾਜੇ ਕੇਤਕੀ ਦੇ ਨਾਲ ਹੋਇਆ ਤਾਂ ਜਾਮਨਾ ਨੇ ਹੌਲੀ 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 ਆਪਣੇ ਵਿਚਾਰ ਰਾਜੇ ਕੇਤਕੀ ਦੀ ਬੁੱਧੀ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ। ਮਤਲਬ ਈਰਖਾ, ਜੈਲਸ, ਬੁਰਾ ਸੋਚਣਾ। ਤਾਂ ਰਾਜਾ ਕੇਤਕੀ ਹੌਲੀ ਹੌਲੀ ਜਾਮਨਾ ਦੀ ਬੁੱਧੀ ਨੂੰ ਗ੍ਰਹਿਣ ਕਰ ਗਿਆ। ਉਸਦੇ ਮਗਰ ਲੱਗ ਕੇ ਉਸਨੇ ਪਰਜਾ ਦੇ ਉੱਤੇ ਬਹੁਤ ਸਾਰੇ ਟੈਕਸ ਲਾਏ, ਬਹੁਤ ਦੁਖੀ ਕੀਤਾ ਪਰਜਾ ਨੂੰ, ਜ਼ੁਲਮ ਕੀਤਾ ਤੇ ਲੋਕਾਂ ਕੋਲੋਂ ਵਸਤੂਆਂ ਖੋਹ ਖੋਹ ਕੇ ਆਪਦੇ ਖਜ਼ਾਨੇ 'ਚ ਭਰਨ ਲੱਗਾ। ਬੜੀ ਮਾਰ ਧਾੜ ਵੀ ਕੀਤੀ ਪਬਲਿਕ ਦੇ ਨਾਲ। ਤੋ ਉਹ ਜਿਹੜਾ ਧਰਮੀ ਹੋਣ ਤੋਂ ਬਾਅਦ ਜਿਹੜਾ ਕੇਤਕੀ ਰਾਜੇ ਨੇ ਪਾਪ ਕਰਮ ਕੀਤਾ, ਪਰਜਾ ਤੇ ਜ਼ੁਲਮ ਕੀਤਾ, ਲੋਕਾਂ ਦੀਆਂ ਵਸਤੂਆਂ ਖੋਹੀਆਂ, ਤਾਂ ਇਸ ਤਰ੍ਹਾਂ ਦੁਖੀ ਕੀਤਾ ਉਹਨਾਂ ਨੂੰ, ਉਸ ਦਾ ਦੋਸ਼ ਰਾਜੇ ਕੇਤਕੀ ਨੂੰ ਲੱਗ ਗਿਆ। ਫਿਰ ਜਦੋਂ ਰਾਜੇ ਕੇਤਕੀ ਨੂੰ ਲੱਗਿਆ ਇਸ ਦਾ ਦੋਸ਼, ਤਾਂ ਉਸ ਤੋਂ ਬਾਅਦ ਉਸ ਨੂੰ ਸਮਝ ਲੱਗੀ
ਕਿ ਮੈਂ ਕੀ ਵੱਡਾ ਪਾਪ ਕਰ ਬੈਠਾ ਜਾਮਨਾਂ ਦੇ ਮਗਰ ਲੱਗ ਕੇ। ਪਰ ਉਸ ਸਮੇਂ ਦੇ ਵਿੱਚ ਉਦੋਂ ਤੱਕ ਰਾਜੇ ਕੇਤਕੀ ਨੂੰ ਕੋਹੜ ਦੀ ਬਿਮਾਰੀ ਹੋ ਚੁੱਕੀ ਸੀ ਤੇ ਉਹ ਹਰ ਵੇਲੇ ਹਾਏ ਹਾਏ ਕਰਦਾ ਰਹਿੰਦਾ ਸੀ, ਦੁਖੀ ਹੁੰਦਾ ਸੀ ਉਹ ਲੋਕਾਂ ਦੀਆਂ ਬਦਦੁਆਵਾਂ ਕਾਰਨ ਕਰਕੇ। ਸੋ ਇਸ ਤਰੀਕੇ ਦੇ ਨਾਲ ਇਹ ਤੁਹਾਨੂੰ ਐਗਜ਼ਾਮਪਲ ਦਿੱਤੀ, ਪ੍ਰਮਾਣ ਦਿੱਤਾ ਕਿ ਜਿਹੜੇ ਬੋਲ ਸਾਰੇ ਰਾਜੇ ਕੇਤਕੀ ਦੇ ਪ੍ਰਥਾਏ ਹੀ ਹਨ ਸਤਿਗੁਰੂ ਅਰਜਨ ਦੇਵ ਜੀ ਦੇ ਇਸ ਪੌੜੀ ਦੇ ਵਿੱਚ। ਸੋ ਸਾਹਿਬ ਜੀ ਕਹਿੰਦੇ ਹਨ ਕਿ ਰਾਜਾ ਕੇਤਕੀ ਆਪਣੇ ਕਰਮਾਂ ਦਾ ਇਸ ਤਰ੍ਹਾਂ ਦਾ ਪਛਤਾਵਾ ਕਰਦਾ ਸੀ ਕਿ ਮੈਂ ਕਿਸੇ ਨੂੰ ਕੀ ਦੋਸ਼ ਦੇਣਾ, ਇਹ ਤਾਂ ਮੇਰੇ ਕਾਰਨ ਕਰਕੇ ਹੀ ਇਹ ਦੁੱਖ ਲੱਗੇ ਹਨ। ਪਰਮੇਸ਼ਰ ਨੂੰ ਮੈਂ ਭੁੱਲ ਗਿਆ ਸੀ, ਜਿਸ ਕਰਕੇ ਮੈਨੂੰ ਸਾਰੇ ਰੋਗ ਆ ਕੇ ਲੱਗ ਗਏ ਹਨ। ਮੈਂ ਪ੍ਰਮਾਤਮਾ ਤੋਂ ਬੇਮੁਖ ਹੋ ਗਿਆ ਸੀਗਾ, ਜਿਸ ਕਰਕੇ ਮੈਨੂੰ ਪ੍ਰਮਾਤਮਾ ਦੇ ਨਾਲ ਵੀ ਵਿਛੋੜਾ ਹੋ ਗਿਆ ਮੇਰਾ, ਤੇ ਮੇਰੀ ਪ੍ਰਜਾ ਦੇ ਨਾਲ ਵੀ ਮੇਰਾ ਵਿਛੋੜਾ ਹੋ ਗਿਆ, ਤੇ ਮੇਰੇ ਸ਼ੁਭ ਕਰਮਾਂ ਤੋਂ ਵੀ ਮੇਰਾ ਵਿਛੋੜਾ ਹੋ ਗਿਆ। ਤਾਂ ਫਿਰ ਹੁਣ ਮੈਨੂੰ ਜਿੰਨੇ ਵੀ ਘਰ ਦੇ ਪਦਾਰਥ ਹਨ, ਭਾਵੇਂ 36 ਪ੍ਰਕਾਰ ਦੇ ਭੋਜਨ ਹਨ, ਇਹ ਵੀ ਮੈਨੂੰ ਹੁਣ ਬਿਮਾਰੀ ਕਾਰਨ ਕਰਕੇ, ਦੁਖੀ ਹੋਣ ਕਰਕੇ, ਜਿੰਨੇ ਵੀ ਭੋਗ ਹਨ ਮੇਰੇ ਮਹਿਲਾਂ ਦੇ ਵਿੱਚ ਭੋਗਣ ਵਾਲੇ, ਮਹਿਲਾਂ ਦੇ ਖਾਣ ਪੀਣ ਦੇ ਭੋਗ, ਪਹਿਨਣ ਦੇ ਭੋਗ, ਸੌਣ ਦੇ ਭੋਗ, ਬਿਸਤਰਾ, ਬੈੱਡ, ਮਹਿਲ, ਹੈ ਨਾ, ਇਸ ਤਰ੍ਹਾਂ ਸਾਰੇ ਮੈਨੂੰ ਕੌੜੇ ਲੱਗਦੇ ਆ। ਸੋ ਆਓ ਆਪਾਂ ਇਹਨਾਂ ਪੰਗਤੀਆਂ ਦੇ ਅਰਥ ਕਰੀਏ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ 12 ਮਹਾਂ ਜੀ ਦੀ ਪਾਵਨ ਬਾਣੀ ਦੇ ਵਿੱਚ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਗ 133 ਦੇ ਉੱਤੇ ਸੁਭਾਇਮਾਨ 12 ਮਹਾਂ ਸਾਹਿਬ ਦੀ ਬਾਣੀ। ਸੋ ਇਸ 12 ਮਹਾਂ ਸਾਹਿਬ ਜੀ ਦੀ ਬਾਣੀ ਦੀ 9ਵੀਂ ਪੌੜੀ ਹੈ। ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਸਾਹਿਬ ਜੀ ਕਹਿੰਦੇ ਹਨ, ਹੇ ਭਾਈ, ਜਿਹੋ ਜੇ ਕੱਤਕ ਮਹੀਨੇ ਦਾ ਫਲ ਦੱਸਦਿਆਂ ਹੋਇਆਂ ਵਚਨ ਕਰਦੇ ਹਨ ਕਿ ਅਸੀਂ ਜਿਹੋ ਜੇ ਕਰਮ ਕਮਾਉਂਦੇ ਹਾਂ, ਕਰਮ ਕਮਾਵਣੇ, ਜਿਹੋ ਜੇ ਕਰਮ ਕਮਾਉਂਦੇ ਹਾਂ ਉਹੋ ਜੇ ਕੀਤੇ ਹੋਏ ਕਰਮਾਂ ਦਾ ਫਲ ਭੋਗ ਲੈਂਦੇ ਹਾਂ। ਕਿਸੇ ਨੂੰ ਕੀ ਦੋਸ਼ ਦੇਣਾ, ਦੋਸ਼ ਨ ਕਾਹੂ ਜੋਗ। ਕਿਸੇ ਨੂੰ ਕੀ ਦੋਸ਼ ਦੇਣਾ, ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ ਹੈ, ਚੰਗੀ ਗੱਲ ਨਹੀਂ ਹੈ। ਇਹ ਮੇਰੇ ਕੀਤੇ ਦਾ ਕਰਮਾਂ ਦਾ ਹੀ ਫਲ ਹੈ। ਅੱਜ ਜਿਸ ਤਰ੍ਹਾਂ ਹੁਣ ਆਪਾਂ ਕੱਤਕ ਮਹੀਨੇ ਦੇ ਵਿੱਚ ਕੇਸੀ ਇਸ਼ਨਾਨ ਕਰਾਂਗੇ ਤੇ ਕੱਤੇ ਦੀ ਮਹੀਨੇ ਫਿਰ ਪਾਠ ਕਰਿਆ ਕਰਾਂਗੇ ਜਾਂ ਗੁਰਦੁਆਰੇ ਸਾਹਿਬ ਜਾਇਆ ਕਰੋਗੇ, ਤੇ ਇਹਦਾ ਮਕਸਦ ਆਪਣੀਆਂ ਇੱਛਾਵਾਂ ਤੱਕ ਨਹੀਂ ਹੋਣਾ ਚਾਹੀਦਾ ਸਾਡਾ, ਵੀ ਸਾਡੀ ਆਹ ਇੱਛਾ ਪੂਰੀ ਹੋ ਜੇ, ਕੱਤੇ ਦਾ ਮਹੀਨਾ ਇਸ਼ਨਾਨ ਕਰਾਂਗੇ ਜੀ, ਪਾਠ ਕਰਾਂਗੇ ਜੀ, ਗੁਰਦੁਆਰੇ ਜਾਵਾਂਗੇ ਜੀ। ਨਹੀਂ, ਇਹ ਵੀ ਨਾਲ ਮੰਗਣਾ। ਗੁਰੂ ਅਰਜਨ ਦੇਵ ਜੀ ਨੇ ਸਿੱਖਿਆ ਦਿੱਤੀ ਹੈ, ਕਹਿੰਦੇ ਕੱਤਕ ਮਹੀਨੇ ਵਿੱਚ ਸ਼ੁਭ ਕਰਮ ਕਰਦਿਆਂ ਹੋਇਆਂ, ਨਾਮ ਜਪਦਿਆਂ ਹੋਇਆਂ, ਇਸ਼ਨਾਨ ਕਰਦਿਆਂ ਹੋਇਆਂ ਇਹ ਕਹਿਣਾ ਵੀ ਜੋ ਮੇਰੇ ਨਾਲ ਬੀਤ ਰਿਹਾ ਸਤਿਗੁਰੂ ਜੀ, ਮੇਰੇ ਜੋ ਕਰਮ ਹਨ ਇਹ ਮੈਂ ਹੀ ਕੀਤੇ ਆ, ਤੇ ਮੈਂ ਕਿਸੇ ਨੂੰ ਨਹੀਂ ਦੋਸ਼ ਦਿੰਦਾ, ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ ਬਣਦਾਗਾ। ਜੇ ਕਰਮ ਕਮਾਏ ਇਹੋ ਜਿਹੇ ਭੋਗ ਰਿਹਾ, ਤੇ ਤੁਸੀਂ ਹੁਣ ਕਿਰਪਾ ਕਰੋ ਇਸ ਕੱਤਕ ਮਹੀਨੇ ਵਿੱਚ ਕਿ ਮੇਰੇ ਇਹ ਸਾਰੇ ਦੋਸ਼ ਕਰਮ ਦੂਰ ਕਰ ਦਿਓ। ਸੋ ਪੰਗਤੀ ਦਾ ਅਗਲੀ ਦਾ ਅਰਥ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਪਰਮੇਸ਼ਰ ਨੂੰ ਜੋ ਲੋਕ ਭੁੱਲ ਜਾਂਦੇ ਹਨ ਉਹਨਾਂ ਨੂੰ ਹਰ ਤਰ੍ਹਾਂ ਦੇ ਰੋਗ ਆ ਚੁੰਬੜਦੇ ਆ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਸਾਡੇ ਘਰਾਂ ਦੀਆਂ ਜਾਂ ਦੂਜੇ ਘਰਾਂ ਦੀਆਂ ਜੋ ਘਟਨਾਵਾਂ ਹਨ, ਹਰ ਬੰਦਾ ਦੁਖੀ ਆ, ਹਰ ਬੰਦੇ ਦੇ ਘਰ ਦੇ ਵਿੱਚ ਰੋਗ ਹੈ। ਕਿਸੇ ਦੇ ਘਰ ਲੜਾਈ ਦਾ ਰੋਗ ਹੈ, ਕਿਸੇ ਦੇ ਘਰ ਹੰਕਾਰ ਦਾ ਰੋਗ ਹੈ, ਕਿਸੇ ਦੇ ਘਰ ਧਨ ਦਾ ਰੋਗ ਹੈ, ਕਿਸੇ ਦੇ ਘਰੇ ਬਿਮਾਰੀਆਂ ਦਾ ਰੋਗ ਹੈ। ਹਰ ਘਰ ਦੇ ਵਿੱਚ ਰੋਗ ਹੈ, ਜਿਹੜੇ ਲੋਕ ਪਰਮੇਸ਼ਰ ਨੂੰ ਭੁੱਲ ਗਏ ਹਨ। ਤਾਂ ਸਾਹਿਬ ਕਹਿੰਦੇ ਪਰਮੇਸ਼ਰ ਨੂੰ ਭੁੱਲਣ ਕਰਕੇ ਭਾਈ ਸਾਰੇ ਤਰ੍ਹਾਂ ਦੇ ਰੋਗ ਘਰ ਦੇ ਵਿੱਚ ਆ ਜਾਂਦੇ, ਮੈਂ ਮੇਰੀ ਆ ਜਾਂਦੀ ਹੈ। ਦੁਖੀ ਹੁੰਦੇ ਆ, ਮਨ ਕਰਕੇ ਦੁਖੀ ਹੁੰਦੇ ਆ, ਤਨ ਕਰਕੇ ਦੁਖੀ ਹੁੰਦੇ ਆ, ਬੱਚਿਆਂ ਤੋਂ ਦੁਖੀ ਹੁੰਦੇ ਆ, ਔਲਾਦ ਤੋਂ ਦੁਖੀ ਹੁੰਦੇ ਆ, ਜ਼ਮੀਨਾਂ ਤੋਂ ਦੁਖੀ ਹੁੰਦੇ ਆ, ਰਿਸ਼ਤਿਆਂ ਤੋਂ ਦੁਖੀ ਹੁੰਦੇ ਆ। ਕਿਹੜੀ ਚੀਜ਼ ਤੋਂ ਦੁਖੀ ਨਹੀਂ ਹੁੰਦੇ? ਸਾਰੇ ਰੋਗ ਸਾਨੂੰ ਚੁੰਬੜੇ ਹੋਏ ਆ। ਤੇ ਕੇਤਕੀ ਰਾਜਾ ਵੀ ਕਹਿੰਦਾ ਮੈਂ ਪਰਮੇਸ਼ਰ ਨੂੰ ਭੁੱਲ ਗਿਆ ਸੀ, ਪਰਮੇਸ਼ਰ ਤੇ ਭੁੱਲਿਆ, ਮੈਂ ਭੁੱਲ ਗਿਆ ਸੀ ਪਰਮੇਸ਼ਰ ਨੂੰ, ਜਿਸ ਕਾਰਨ ਕਰਕੇ ਮੈਨੂੰ ਆਹ ਕੋਹੜ ਵਰਗੀਆਂ ਬਿਮਾਰੀਆਂ ਤੇ ਹੋਰ ਕਿੰਨੇ ਹੀ ਰੋਗ ਆ ਚੁੰਬੜੇ ਆ। ਵਿਆਪਨ ਦਾ ਮਤਲਬ ਲੱਗੇ ਹੋਏ, ਲੱਗ ਜਾਣੇ। ਤੇ ਪਹਿਲੀ ਪੰਗਤੀ ਵਿੱਚ ਵੀ ਕੇਤਕੀ ਰਾਜਾ ਕਹਿੰਦਾ ਦੋਸ਼ ਨ ਕਾਹੂ ਜੋ, ਮੈਂ ਜਿਹੋ ਜਿਹੇ ਕਰਮ ਕੀਤੇ ਸਨ ਉਹਦੀ ਮੈਨੂੰ ਸਜ਼ਾ ਮਿਲ ਰਹੀ ਹੈ, ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ ਆ।
ਮੈਂ ਜਾਮਨਾ ਨੂੰ ਵੀ ਦੋਸ਼ ਨਹੀਂ ਦਿੰਦਾ, ਕਿਉਂਕਿ ਬੁੱਧੀ ਤਾਂ ਮੇਰੀ ਸੀ, ਮੇਰੀ ਮਰਜ਼ੀ ਸੀ ਉਹਦੇ ਮਗਰ ਲੱਗਣਾ ਕਿ ਨਹੀਂ ਲੱਗਣਾ, ਪਰ ਮੈਂ ਉਹਦੇ ਮਗਰ ਲੱਗ ਗਿਆ। ਇਹ ਮੇਰਾ ਦੋਸ਼ ਸੀ, ਮੇਰੇ ਕਰਮ ਸੀ, ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ। ਫਿਰ ਅੱਗੇ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਬੰਜੋਗ। ਜਿਹੜੇ ਜੀਵ ਪ੍ਰਮਾਤਮਾ ਤੋਂ ਬੇਮੁਖ ਹੋ ਜਾਂਦੇ ਹਨ ਵਾਹਿਗੁਰੂ ਜੀ ਕੋਲੋਂ, ਉਹਨਾਂ ਨੂੰ ਜਨਮਾਂ ਦਾ ਵੀ ਵਿੰਜੋਗ ਲੱਗ ਜਾਂਦਾ। ਲੱਗਣ ਜਨਮ ਵਿੰਜੋਗ, ਵਿਛੋੜੇ ਦਾ ਦੁੱਖ ਵੀ ਲੱਗ ਜਾਂਦਾ। ਦੁੱਖ ਵੀ ਵਿਛੋੜਾ ਹੈ, ਭੁੱਖ ਵੀ ਵਿਛੋੜਾ ਹੈ, ਰਿਸ਼ਤੇ ਵੀ ਵਿਛੋੜੇ ਹਨ, ਜਨਮ ਮਰਨ ਵੀ ਵਿਛੋੜਾ ਹੈ, ਸਾਰੇ ਦੁੱਖ ਹਨ ਇਹ। ਜਨਮ ਮਰਨ ਦਾ ਜਿਹੜਾ ਵਿੰਜੋਗ ਹੈ ਨਾ, ਜਨਮ ਜਾਣਾ, ਜਨਮਣਾ, ਫਿਰ ਨਵੇਂ ਰਿਸ਼ਤੇ ਬਣਾਉਣੇ, ਰਿਸ਼ਤੇ ਮੋਹ ਪੈਣੇ, ਨਵੇਂ ਨਵੇਂ ਮੋਹ ਪੈਣੇ, ਨਵੇਂ ਨਵੇਂ ਪਿਆਰ ਪੈਣੇ, ਨਵੀਆਂ ਨਵੀਆਂ ਔਲਾਦਾਂ ਪੈਦਾ ਕਰਨੀਆਂ, ਫਿਰ ਉਹਨਾਂ ਦੇ ਵਿੱਚ ਮੋਹ ਪਾਉਣਾ, ਪਿਆਰ ਪਾਉਣਾ, ਉਹਨਾਂ ਦੇ ਨਾਲ ਜੁੜ ਜਾਣਾ, ਤੇ ਫਿਰ ਉਹਨਾਂ ਕੋਲੋਂ ਵਿੰਜੋਗੀ ਹੋ ਜਾਣਾ, ਵਿਛੜ ਜਾਣਾ। ਫਿਰ ਹੋਰ ਜਨਮ ਲੈ ਕੇ ਫਿਰ ਹੋਰ ਪਰਿਵਾਰ ਬਣਾਉਣਾ, ਫਿਰ ਉਹਨਾਂ ਦੇ ਵਿੱਚ ਗਵਾਚ ਜਾਣਾ, ਉਹਨਾਂ ਨਾਲ ਅਟੈਚਮੈਂਟ ਹੋ ਜਾਣੀ, ਮੋਹ ਹੋ ਜਾਣਾ, ਤੇ ਫਿਰ ਉਹਨਾਂ ਨੂੰ ਛੱਡ ਕੇ ਹੋਰ ਜਨਮ ਲੈ ਲੈਣਾ। ਮਹਾਰਾਜ ਜੀ ਕਹਿੰਦੇ ਬੇਮੁਖ ਹੋਏ ਰਾਮ ਤੇ। ਜਿਹੜੇ ਰਾਮ ਵਾਹਿਗੁਰੂ ਜੀ ਕੋਲੋਂ ਬੇਮੁਖ ਹੋ ਗਏ ਹਨ ਨਾ ਭਾਈ, ਉਹਨਾਂ ਨੂੰ ਲੱਗਣ ਜਨਮ ਵਿੰਜੋਗ, ਉਹਨਾਂ ਨੂੰ ਜਨਮਾਂ ਜਨਮਾਂ ਦੇ ਵਿਛੋੜੇ ਵਾਲੇ ਰੋਗ ਲੱਗੇ ਹੁੰਦੇ ਆ, ਬਿਮਾਰੀਆਂ ਲੱਗੀਆਂ ਹੁੰਦੀਆਂ। ਇਹ ਵੀ ਬਿਮਾਰੀ ਹੈ, ਇਹ ਵੀ ਦੁੱਖ ਹੈ ਇੱਕ। ਫਿਰ ਸਾਹਿਬ ਜੀ ਕਹਿੰਦੇ ਹਨ, ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਹੁਣ ਜਦੋਂ ਰੱਬ ਕੋਲੋਂ ਅਸੀਂ ਬੇਮੁਖ ਹੋ ਜਾਂਦੇ ਹਾਂ, ਪਰਮਾਤਮਾ ਨੂੰ ਅਸੀਂ ਭੁੱਲ ਜਾਂਦੇ ਹਾਂ, ਸਾਰੇ ਰੋਗ ਸਾਨੂੰ ਆ ਲੱਗਦੇ ਹਨ, ਤਾਂ ਘਰ ਦੇ ਵਿੱਚ ਪਈ ਹਰ ਵਸਤੂ ਜਿਹੜੀ ਤੂੰ ਆਪਦੇ ਸੁੱਖਾਂ ਵਾਸਤੇ ਜੋੜੀ ਸੀ, ਇਹ ਤੈਨੂੰ ਕੌੜੀ ਲੱਗਦੀ ਹੈ। ਕਈ ਪ੍ਰਕਾਰ ਦੇ ਭੋਜਨ ਵੀ ਤੈਨੂੰ ਕੌੜੇ ਲੱਗਦੇ, ਨਹੀਂ ਖਾਧੇ ਜਾਂਦੇ। ਘਰ ਦੀਆਂ ਮਹਿਲ ਮਾੜੀਆਂ ਵੀ ਅੱਜ ਤੈਨੂੰ ਚੰਗੀਆਂ ਨਹੀਂ ਲੱਗਦੀਆਂ, ਕਿਉਂਕਿ ਤੂੰ ਬਿਮਾਰ ਪਿਆ। ਵਸਤਰ ਜਿਹੜੇ ਕੀਮਤੀ ਕੀਮਤੀ ਬਣਾ ਕੇ ਰੱਖੇ, ਇਹ ਵੀ ਤੈਨੂੰ ਚੰਗੇ ਨਹੀਂ ਲੱਗਦੇ, ਕਿਉਂਕਿ ਤੂੰ ਬਿਮਾਰ ਪਿਆ। ਪੁੱਤਰ ਧੀਆਂ, ਔਲਾਦ, ਪ੍ਰਾਪਰਟੀ, ਜਾਇਦਾਦ, ਪੈਸਾ, ਜੋ ਵੀ ਤੂੰ ਇਕੱਤਰ ਕੀਤਾ, ਅੱਜ ਤੈਨੂੰ ਇਹ ਬੇਗਾਨਾ ਬੇਗਾਨਾ ਜਿਹਾ ਲੱਗਦਾ ਤੇ ਤੈਨੂੰ ਤੇਰੇ ਕਿਸੇ ਕੰਮ ਨਹੀਂ ਆ ਰਿਹਾ। ਇਸ ਕਰਕੇ ਫਿਰ ਪੰਜਾਬੀ 'ਚ ਜਿਵੇਂ ਕਹਿੰਦੇ ਹੁੰਦੇ ਨੇ, ਭਾਈ ਸਾਹਿਬ ਜੀ ਵੀ ਕਹਿੰਦੇ, ਗਿੱਦੜ ਦਾਖ ਨਾ ਪੜਾਇਆ ਆਖੇ ਥੂ ਕੌੜੀ। ਤੇ ਹੁਣ ਬਿਮਾਰ ਪਿਆ ਕਹੀ ਜਾਂਦਾ ਇਹਨਾਂ ਦਾ ਕੀ ਫਾਇਦਾ, ਇਹ ਤਾਂ ਐਵੇਂ ਹੀ ਹੁੰਦੀਆਂ, ਇੰਨਾ ਨਹੀਂ ਕਰਨਾ ਚਾਹੀਦਾ ਬੰਦੇ ਨੂੰ। ਪਰ ਜਦੋਂ ਤੂੰ ਤੰਦਰੁਸਤ ਸੀ, ਉਦੋਂ ਤੈਨੂੰ ਸਾਰੀਆਂ ਚੀਜ਼ਾਂ ਮਿੱਠੀਆਂ ਲੱਗਦੀਆਂ ਸੀ, ਤੂੰ ਇਕੱਠੀਆਂ ਵੀ ਕੀਤੀਆਂ। ਹੁਣ ਥੂ ਕੌੜੀ ਆ ਭਾਈ ਤੇਰੀ, ਤੇਰੇ ਕੋਲ ਪਹੁੰਚਿਆ ਨਹੀਂ ਜਾਂਦਾ, ਇਹਨਾਂ ਭੋਗਾਂ ਦੇ ਭੋਗ ਨਹੀਂ ਭੋਗੇ ਜਾਂਦੇ, ਤਾਂ ਹੁਣ ਤੈਨੂੰ ਕੌੜੇ ਲੱਗੀ ਜਾਂਦੇ, ਤੇ ਲੋਕਾਂ ਨੂੰ ਵੀ ਕਹਿਣਾ ਫਾਇਦਾ ਕੋਈ ਨਹੀਂ ਆ। ਤਾਂ ਸਾਹਿਬ ਜੀ ਕਹਿੰਦੇ, ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਧਨ ਦੌਲਤ ਤੇ ਰਿਸ਼ਤਿਆਂ ਦੇ, ਮੋਹ ਪਿਆਰ ਦੇ ਜੋ ਵੀ ਭੋਗ ਹਨ, ਇਹ ਤੈਨੂੰ ਹੁਣ ਕੌੜੇ ਲੱਗਦੇ ਆ। ਤੇ ਅੰਤ ਸਮੇਂ ਜਦੋਂ ਤੇਰਾ ਮਨੁੱਖ ਦਾ ਅੰਤ ਸਮਾਂ ਆਉਂਦਾ, ਉਦੋਂ ਵੀ ਇਹ ਸਾਰੇ ਕੌੜੇ ਲੱਗਣ ਲੱਗ ਜਾਂਦੇ। ਜਦੋਂ ਛੱਡ ਕੇ ਜਾਣਾ ਪੈਂਦਾ ਤੇ ਅਗਲੀ ਦੁਨੀਆ ਦਿਖਾਈ ਦਿੰਦੀ ਬੰਦੇ ਨੂੰ। ਇਸ ਤਰ੍ਹਾਂ ਰਾਜਾ ਕੇਤਕੀ ਵੀ ਕਹਿੰਦਾ ਹੈ ਕਿ ਇਹ ਸਾਰੇ ਜਿੰਨੇ ਵੀ ਭੋਗ ਹਨ ਮੈਂ ਇਕੱਤਰ ਕੀਤੇ, ਗਰੀਬਾਂ ਤੋਂ ਧਨ ਖੋਇਆ, ਗਰੀਬਾਂ ਦੀ ਜਾਇਦਾਦ ਖੋਈ, ਗਰੀਬਾਂ ਦੀਆਂ ਫਸਲਾਂ ਤੇ ਕਬਜ਼ੇ ਕੀਤੇ, ਉਹਨਾਂ ਨੂੰ ਦੁੱਖ ਦਿੱਤੇ, ਮਾਰਿਆ ਕੁੱਟਿਆ। ਇਹ ਕਰ ਕਰਕੇ ਜਿਹੜੀ ਮੈਂ ਮਾਇਆ ਇਕੱਠੀ ਕੀਤੀ ਹੈ ਨਾ, ਇਹ ਹੁਣ ਮੇਰੇ ਵਾਸਤੇ ਕੌੜੀ ਹੈ, ਮੇਰੇ ਕਿਸੇ ਕੰਮ ਦੀ ਨਹੀਂ ਹੈ। ਜਿੰਨੇ ਵੀ ਮਾਇਆ ਦੇ ਭੋਗ ਹਨ ਮੇਰੇ ਮਹਿਲਾਂ ਦੇ ਵਿੱਚ, ਮੇਰੇ ਰਾਜ ਵਿੱਚ, ਮੇਰੇ ਵਾਸਤੇ ਕੌੜੇ ਹੀ ਹੈ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੇ ਰੋਜ। ਹੁਣ ਸਾਹਿਬ ਜੀ ਕਹਿੰਦੇ, ਦੇਖੋ ਧਨ ਦੌਲਤ ਇਕੱਠਾ ਕੀਤਾ, ਪ੍ਰਮਾਤਮਾ ਕੋਲੋਂ ਬੇਮੁਖ ਹੋ ਗਏ, ਤੇ ਜਨਮਾਂ ਜਨਮਾਂ ਦੇ ਰੋਗ ਇਕੱਠੇ ਕਰ ਲਿਆ, ਹਨਾ, ਸਾਰੇ ਰੋਗ ਲੱਗੇ ਹੋਏ ਆ, ਕਰਮਾਂ ਦੇ ਦੋਸ਼ ਤੈਨੂੰ ਮਿਲ ਰਹੇ ਆ, ਤੇ ਹੁਣ ਤੂੰ ਕਿਹਨੂੰ ਵਿਚਾਲੇ ਪਾਏਂਗਾ। ਵਿੱਚ ਨਾ ਕੋਈ ਕਰ ਸਕੈ, ਕਰ ਸਕੈ ਦਾ ਮਤਲਬ ਵਿੱਚ ਦਾ ਮਤਲਬ ਵਿਚੋਲਾ, ਸੰਨ ਦੇ ਵਿੱਚ। ਹੁਣ ਤੇਰੀ ਸੰਨ ਵਿੱਚ ਵੀ ਕੋਈ ਨਹੀਂ ਪੈਂਦਾ ਗਾ, ਤੂੰ ਪਾਪ ਹੀ ਇੰਨੇ ਕੀਤੇ ਕਿ ਤੇਰਾ ਵਿਚੋਲਾ ਬਣਨ ਵਾਸਤੇ ਕੋਈ ਵੀ ਤਿਆਰ ਨਹੀਂ। ਕਿਸ ਥੈ ਰੋਵੈ ਰੋਜ਼, ਰੋਜ਼ ਤੂੰ ਰੋਈ ਜਾ, ਭਾਵਾਂ ਰੋਜ਼ ਰੋਂਦੇ ਆ ਕਿ ਸਾਡਾ ਵਿਚੋਲਾ ਬਣ ਜੇ, ਸਾਡਾ ਵਿਚੋਲਾ ਬਣ ਜੇ ਪਰਮਾਤਮਾ ਦੇ ਤੇ ਸਾਡੀ ਸੰਨ ਦੇ ਵਿੱਚ।
ਤਾਂ ਹੁਣ ਤਾਂ ਤੇਰਾ ਕੋਈ ਵਿੱਚ ਨਾ ਕੋਈ ਕਰ ਸਕੇ, ਕੋਈ ਤੇਰੇ ਵਿਚਾਲੇ ਕੋਈ ਨਹੀਂ ਖੜਦਾ। ਤੂੰ ਕਿਉਂ ਰੋਣਾ ਹੁਣ? ਹਰ ਰੋਜ਼ ਕ੍ਰਾਈਂਗ ਕਿਉਂ ਕਰ ਰਿਹਾ, ਕਿਉਂ ਰੋ ਰਿਹਾ ਐਵਰੀ ਟਾਈਮ? ਕਿਉਂਕਿ ਤੇਰੇ ਕਰਮ ਹੀ ਇਹੋ ਜਿਹੇ ਕਿ ਤੇਰੇ ਵਿਚੋਲਾ ਬਣਦਾ ਕੋਈ ਵੀ ਰਾਜੀ ਨਹੀਂ ਹੈ। ਤਾਂ ਫਿਰ ਸਾਹਿਬ ਜੀ ਅਗਲੀ ਇਸੇ ਤਰ੍ਹਾਂ ਹੀ ਰਾਜਾ ਕੇਤਕੀ ਕਹਿੰਦਾ ਹੁਣ ਮੈਂ ਕਰਮ ਹੀ ਇਹੋ ਜਿਹੇ ਆਪਣੇ ਹੱਥਾਂ ਨਾਲ ਕੀਤੇ ਤੇ ਇੰਨੇ ਭੈੜੇ ਭੈੜੇ ਕਰਮ ਕਰ ਲਏ ਕਿ ਹੁਣ ਮੇਰਾ ਕੋਈ ਪਰਮਾਤਮਾ ਦੇ ਤੇ ਮੇਰੇ ਵਿਚਾਲੇ ਵਿਚੋਲਾ ਬਣਨ ਨੂੰ ਤਿਆਰ ਨਹੀਂ ਹੈ। ਹੁਣ ਮੈਂ ਰੋਜ਼ ਰੋਣਾ, ਹਰ ਰੋਜ਼ ਰੋਣਾ, ਕਿਹਨੂੰ ਸੁਣਾਵਾਂ ਰੋ ਰੋ ਕੇ। ਕੀਤਾ ਕਿਛੂ ਨਾ ਹੋ ਬਈ ਲਿਖਿਆ ਧੁਰ ਸੰਜੋਗ। ਕਹਿੰਦੇ ਭਾਈ ਹੁਣ ਕਿਸੇ ਦਾ ਕੀਤਾ ਕੁਛ ਨਹੀਂ ਬਣਦਾ, ਨਾ ਮੇਰਾ ਕੀਤਾ ਕੁਛ ਬਣਦਾ। ਜਿਸ ਤਰ੍ਹਾਂ ਬੰਦੇ ਦੇ ਕਰਮ ਹੁੰਦੇ ਆ, ਇੱਥੇ ਆਪਾਂ ਐਵੇਂ ਵੀ ਅਰਥ ਕਰਾਂਗੇ ਵੀ ਜੋ ਸੰਜੋਗਾਂ ਦੇ ਵਿੱਚ ਲਿਖਿਆ ਧੁਰ ਤੋਂ ਹੀ ਪਰਮਾਤਮਾ ਨੇ ਜਿਹੜੇ ਕਰਮ ਜੀਵ ਦੇ ਲਿਖੇ ਹਨ, ਉਸ ਦੇ ਵਿੱਚ ਮਨੁੱਖ ਕੁਛ ਨਹੀਂ ਕਰ ਸਕਦਾ। ਉਹ ਤਾਂ ਬੰਦੇ ਦੇ ਜੀਵਨ ਦੇ ਵਿੱਚ ਵਾਪਰਦਾ ਹੀ ਵਾਪਰਦਾ, ਉਹਦੇ ਭੋਗਣੇ ਹੀ ਪੈਂਦੇ ਹਨ। ਹਾਂ, ਮਹਾਂਪੁਰਖ ਜਾਂ ਗੁਰੂ ਸਾਹਿਬ ਸਾਨੂੰ ਇੱਕ ਰਸਤਾ ਦਿੰਦੇ ਕਿ ਗੁਰਬਾਣੀ ਪੜ੍ਹੋ, ਨਾਮ ਜਪੋ ਤੇ ਪ੍ਰਮਾਤਮਾ ਤੁਹਾਡੇ ਉੱਤੇ ਤਰਸ ਰਹਿਮ ਕਰਕੇ ਸ਼ਾਇਦ ਤੁਹਾਡੇ ਲੇਖਾਂ ਨੂੰ ਬਦਲ ਦੇ। ਪਰ ਸਤਿਗੁਰੂ ਅਰਜਨ ਦੇਵ ਜੀ ਪਹਿਲਾ ਪੱਖ ਇਹ ਰੱਖਦੇ ਆ ਕਿ ਕੁਛ ਵੀ ਕੀਤਿਆਂ ਕੁਛ ਵੀ ਨਹੀਂ ਬਣ ਸਕਦਾ, ਕਿਉਂਕਿ ਤੇਰੇ ਲੇਖਾਂ ਦੇ ਕਰਮ ਹੀ ਇਹੋ ਜਿਹੇ ਹੈ ਜਿਹੜਾ ਤੂੰ ਭੋਗ ਰਿਹਾ। ਤੂੰ ਕੁਛ ਆਪ ਵੀ ਬੀਜੇ ਹੈ, ਕੁਛ ਤੇਰੇ ਲਿਖੇ ਹੋਏ ਹਨ। ਸੋ ਇਸ ਤਰ੍ਹਾਂ ਇਹ ਪ੍ਰਮਾਣ ਥੋੜਾ ਜਿਹਾ ਲੰਬਾ ਅਰਥ ਕਈ ਤਰੀਕਿਆਂ ਨਾਲ ਅਰਥ ਕੀਤੇ ਜਾ ਸਕਦੇ ਇਹਦੇ, ਪਰ ਪ੍ਰੈਜੈਂਟ ਦੇ ਵਿੱਚ ਆਪਾਂ ਇਹੀ ਗੱਲ ਕਰ ਰਹੇ ਹਾਂ ਪ੍ਰੈਜੈਂਟ ਦੀ, ਕਿ ਜਿਹੜਾ ਤੂੰ ਕਰ ਲਿਆ ਭਾਈ ਉਹ ਹੁਣ ਮਿਟਦਾ ਨਹੀਂ ਗਾ। ਜੇ ਮਿਟੂਗਾ ਤਾਂ ਕਿਸੇ ਚੰਗੇ ਪੁਰਸ਼ਾਂ ਦੀ ਸੰਗਤ ਕਰਕੇ ਮਿਟੂ, ਪਰ ਉਹਨਾਂ ਕੁ ਅਸੀਂ ਸਾਡੇ ਅੰਦਰ ਪੇਸ਼ੈਂਸ ਹੈ ਨਹੀਂ ਗੀ। ਪਾਪ ਕਰਦਿਆਂ ਨੂੰ ਪੂਰਾ ਜਨਮ ਹੋ ਗਿਆ, ਮਿਟਣ ਲੱਗਿਆ ਕਹਿੰਦੇ ਨੇ ਸਾਡੀਆਂ ਬਸ ਮਹੀਨਿਆਂ 2 ਮਹੀਨਿਆਂ 'ਚ 15 ਦਿਨ ਸਾਲ 6 ਮਹੀਨਿਆਂ 'ਚ ਹੀ ਮਿਟ ਜਾਣਾ। ਐਦਾਂ ਨਹੀਂ ਹੁੰਦਾ। ਜਾਂ ਕੋਈ ਉਂਝ ਹੀ ਬਸ ਕਿਸੇ ਨਾਲ ਬਚਨ ਹੋ ਜੇ ਤੇ ਥਰਡ ਪਰਸਨ ਆ ਕੇ ਸਾਨੂੰ ਬਚਨ ਕਰਦੇ ਤੇ ਸਾਡੇ ਪਾਪ ਉਤਰ ਜਾਣ। ਐਦਾਂ ਕੁਛ ਨਹੀਂ ਹੁੰਦਾ, ਕਮਾਈ ਕਰਨੀ ਹੁੰਦੀ ਆ। ਤਾਂ ਕੀਤਿਆਂ ਕੁਛ ਨਹੀਂ ਹੋਣਾ, ਕਿਉਂਕਿ ਤੂੰ ਆਪ ਹੀ ਆਪਦੇ ਕਰਮ ਬੀਜੇ ਹਨ। ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭੇ ਯੋਗ। ਸਤਿਗੁਰੂ ਜੀ ਕਹਿੰਦੇ ਹਨ ਭਾਈ ਉਹ ਜੀਵ ਵਡਭਾਗੇ ਹਨ ਜਿਨ੍ਹਾਂ ਵਡਭਾਗਿਆਂ ਨੂੰ ਮੇਰਾ ਪਰਮਾਤਮਾ ਆਪ ਆ ਕੇ ਮਿਲਦਾ ਹੈ। ਤੇ ਜਦੋਂ ਮੇਰਾ ਪਰਮਾਤਮਾ ਐਸੇ ਵਡਭਾਗੇ ਜੀਵਾਂ ਨੂੰ ਆ ਕੇ ਮਿਲਦਾ ਤਾਂ ਉਤਰੇ ਸਭ ਵਿਯੋਗ। ਵਿਯੋਗ ਦਾ ਮਤਲਬ ਸੋਗ, ਦੁੱਖ, ਵਿਛੋੜੇ ਵਾਲਾ, ਦੁੱਖਾਂ ਵਾਲਾ ਦਰਦ, ਤਾਂ ਉਹਨਾਂ ਦੇ ਸਾਰੇ ਵਿਯੋਗ ਉਤਰ ਜਾਂਦੇ, ਦੁੱਖ ਉਤਰ ਜਾਂਦੇ ਆ, ਪਾਪ ਉਤਰ ਜਾਂਦੇ ਹਨ, ਉਹ ਸੁਖੀ ਹੋ ਜਾਂਦੇ ਆ। ਨਾਨਕ ਕਉ ਪ੍ਰਭ ਰਾਖ ਲਏ ਮੇਰੇ ਸਾਹਿਬ ਬੰਦੀ ਮੋਚ। ਇੱਥੇ ਜਿਹੜਾ ਵਿਸ਼ਰਾਮ ਲੈਣਾ ਨਾ ਆਪਾਂ, ਨਾਨਕ ਕਉ ਪ੍ਰਭ ਰਾਖ ਲਏ, ਨਾਨਕ ਕਉ ਤੇ ਵਿਸ਼ਰਾਮ ਲੈਣਾ। ਸ਼੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਨਾਨਕ ਜੀ ਦਾਸ ਰੂਪ ਹੋ ਕੇ ਬੇਨਤੀ ਕਰਦੇ ਹਨ ਕਿ ਹੇ ਪ੍ਰਮਾਤਮਾ, ਅਸੀਂ ਕਲਯੁਗੀ ਜਿਵੇਂ ਇਹੋ ਜਿਹੇ ਦੁੱਖਾਂ ਦੇ ਭਰੇ ਹੋਏ ਆ, ਇਹੋ ਜਿਹੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਆ, ਇਹੋ ਜਿਹੇ ਅਸੀਂ ਕਰਮ ਕਰ ਲੈਂਦੇ ਲਾਲਚ ਲੱਗ ਕੇ, ਕਿਸੇ ਦੇ ਮਗਰ ਲੱਗ ਕੇ, ਤਾਂ ਹੁਣ ਤੁਸੀਂ ਸਾਨੂੰ ਰੱਖ ਲਓ। ਗੁਰੂ ਅਰਜਨ ਦੇਵ ਜੀ ਆਪ ਖੁਦ ਦਾਸ ਹੋ ਕੇ ਕਹਿੰਦੇ ਆ, ਨਾਨਕ ਕੋ ਪ੍ਰਭ ਰੱਖ, ਸਾਨੂੰ ਰੱਖ ਲਓ ਸਤਿਗੁਰੂ ਜੀ, ਪ੍ਰਭੂ ਜੀ ਰੱਖ ਲਓ, ਕਿਉਂਕਿ ਤੂੰ ਸਾਹਿਬ ਬੰਦੀ ਮੋਚ ਹੈ। ਮੇਰੇ ਪਿਆਰੇ ਵਾਹਿਗੁਰੂ, ਤੂੰ ਸਾਹਿਬ ਹੈ, ਮਾਲਕ ਹੈ, ਇਹ ਬੰਧਨਾਂ ਤੋਂ ਮੁਕਤ ਕਰਨ ਵਾਲਾ ਸਾਨੂੰ। ਜਿਹੜੇ ਮੋਚ ਜਾਨੀ ਜਿਹੜੇ ਬੰਧਨਾਂ ਦੇ ਵਿੱਚ ਅਸੀਂ ਬੱਧੇ ਹੋਏ ਆ, ਉਹਨਾਂ ਤੋਂ ਤੂੰ ਮੁਕਤ ਕਰ ਸਾਨੂੰ। ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ। ਹੁਣ ਅੰਤ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਇਸ ਕੱਤਕ ਮਹੀਨੇ ਬਾਰੇ, ਕੱਤਕ ਮਹੀਨੇ ਦੇ ਪਾਠ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਹਨ ਭਾਈ ਇਹ ਕੱਤਕ ਦੇ ਮਹੀਨੇ ਦੇ ਰੱਖੇ ਹੋਏ ਉਪਵਾਸ, ਵਰਤ, ਆਰਤੀਆਂ, ਕੀਰਤਨ, ਪਾਠ ਪੂਜਾ, ਗੁਰਦੁਆਰੇ ਜਾਣਾ, ਕੇਸੀ ਇਸ਼ਨਾਨ ਕਰਨਾ, ਪਾਠ ਕਰਨਾ, ਇਹ ਸਾਰੇ ਤਾਂ ਸਫਲ ਹੈ ਜੇ ਤੁਸੀਂ ਗੁਰੂ ਦੀ ਮੱਤ ਨੂੰ ਧਾਰਨ ਕਰ ਲਓਗੇ। ਤਾਂ ਇੱਕ ਵਾਰੀ ਪਛਤਾਵਾ ਕਰਕੇ ਤੇ ਮਾਫੀਆਂ ਮੰਗ ਕੇ ਤੇ ਫਿਰ ਉਹਨਾਂ ਪਾਪਾਂ ਨੂੰ, ਗੁਨਾਹਾਂ ਨੂੰ ਦੁਬਾਰਾ ਨਾ ਕਰੋ, ਫਿਰ ਉਹ ਪਾਪ ਕੱਟੇ ਜਾਂਦੇ ਆ।
ਇਹ ਨਹੀਂ ਵੀ ਹਰ ਸਾਲ ਕਰ ਲਏ ਤੇ ਕੱਤੇ ਦੇ ਵਿੱਚ ਆ ਕੇ ਉਤਾਰ ਲਏ, ਮਾਘ ਮਹੀਨੇ ਦੇ ਵਿੱਚ ਪੁੰਨ ਦਾਨ ਕਰ ਲਿਆ ਤੇ ਪਾਪ ਉਤਾਰ ਲਿਆ, ਐ ਨਹੀਂ ਹੁੰਦਾ। ਤੇ ਸੰਤਾਂ ਦੀ, ਸਾਧਾਂ ਦੀ, ਮਹਾਂਪੁਰਖਾਂ ਦੀ, ਰੱਬ ਦੇ ਨਾਲ, ਵਾਹਿਗੁਰੂ ਜੀ ਦੀਆਂ ਰਜੀਆਂ ਹੋਈਆਂ ਰੂਹਾਂ ਦਾ ਸੰਗ ਕਰੋ। ਕੱਤਕ ਮਹੀਨੇ ਦੇ ਵਿੱਚ ਭਲੇ ਪੁਰਸ਼ਾਂ ਦਾ ਸੰਗ ਕਰੋ, ਉਹਨਾਂ ਦੀ ਮੱਤ ਨੂੰ ਧਾਰਨ ਕਰੋ, ਗੁਰਬਾਣੀ ਦੀ ਮੱਤ ਨੂੰ ਧਾਰਨ ਕਰੋ, ਬਚਨ ਸੁਣੋ, ਉਹਨਾਂ ਦੇ ਬਚਨ ਤੇ ਕਮਾਈ ਕਰੋ। ਤਾਂ ਬਿਨਸੇ ਸਭੇ ਸੋਚ, ਬਿਨਸੇ ਦਾ ਮਤਲਬ ਬਿਨਸ ਜਾਣਾ, ਖਤਮ ਹੋ ਜਾਣਾ, ਨਾਸ਼ ਹੋ ਜਾਣਾ। ਜੀਵਨ ਦੀਆਂ ਸਾਰੀਆਂ ਸੋਚਾਂ ਨਾਸ਼ ਹੋ ਜਾਣੀਆਂ ਜੇ ਕੱਤਕ ਮਹੀਨੇ ਦੇ ਵਿੱਚ ਚੰਗੇ ਕਰਮ ਕਰਦਿਆਂ ਹੋਇਆਂ, ਸਤਿਪੁਰਖਾਂ ਦੀ ਸੰਗਤ ਕਰਦਿਆਂ ਹੋਇਆਂ, ਗੁਰਮੁਖਾਂ ਦੇ ਨਾਲ ਮਿਲਾਪ ਕਰਦਿਆਂ ਹੋਇਆਂ ਇਹਨਾਂ ਚੀਜ਼ਾਂ ਨੂੰ ਧਾਰਨ ਕਰ ਲਵਾਂਗੇ। ਸੋ ਸੰਗਤ ਜੀ, ਇਹ ਸੀ ਕੱਤਕ ਮਹੀਨੇ ਦਾ ਫਲ ਮਹਾਤਮ, ਤੇ ਆਪਾਂ ਪ੍ਰਮਾਣਾ ਸਾਹਿਬ ਸਰਵਣ ਕੀਤਾ ਹੈ। ਤੇ ਇਹਦੇ ਵਿੱਚ ਕੁਝ ਪ੍ਰਮਾਣ ਦਿੰਦਿਆਂ ਹੋਇਆਂ, ਕਿਉਂਕਿ ਪ੍ਰਮਾਣ ਹਮੇਸ਼ਾ ਗੁਰਬਾਣੀ ਦੇ ਵਿੱਚ ਬਹੁਤ ਕਾਲ ਕੇਤ ਦੇ, ਜਰਾਸੰਧ ਦੇ, ਨੀਚ ਜਾਤ ਹਰ ਜਪਤਿਆਂ ਉਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੇ, ਕਿਸ ਨੂੰ ਉਤਰਿਆ ਜਿਸ ਕਰ ਜਾਏ। ਇਹੋ ਜਿਹੇ ਪ੍ਰਮਾਣ ਗੁਰਬਾਣੀ ਦੇ ਵਿੱਚ ਹੈਗੇ ਆ। ਪਰ ਕੁਝ ਕੁ ਲੋਕਾਂ ਨੂੰ ਜੋ ਸਿੰਗਲ ਮਾਈਂਡ ਹਨ, ਉਹਨਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਆਉਂਦੀਆਂ ਗਈਆਂ। ਪਰ ਜਿਹੜੀਆਂ ਗੁਰਬਾਣੀ ਦੇ ਵਿੱਚ ਲਿਖੀਆਂ ਗਈਆਂ, ਉਹਨਾਂ ਦੇ ਪ੍ਰਮਾਣ ਉਦਾਹਰਣ ਦਿੱਤੇ ਗਏ ਆ, ਤਾਂ ਉਹਨਾਂ ਦੇ ਮੁਤਾਬਕ ਹੀ ਗੁਰਬਾਣੀ ਦੇ ਅਰਥ ਕੀਤੇ ਜਾਂਦੇ ਹਨ। ਭੁੱਲਾਂ ਚੁੱਕਾਂ ਦੀ ਮਾਫੀ। ਮੈਨੂੰ ਪੂਰੀ ਉਮੀਦ ਹੈ ਕਿ ਇਸ ਕਥਾ ਨੂੰ ਸੁਣ ਕੇ ਤੁਸੀਂ ਆਪਣੇ ਇਸ ਕੱਤਕ ਮਹੀਨੇ ਨੂੰ ਪੂਰਾ ਸਫਲਾ ਕਰਨ ਦੀ ਕੋਸ਼ਿਸ਼ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।